ਪਿਸਟਲਾਂ ਵਾਲਾ ਦੱਸ ਦਿਓ ਜੀ, 2 ਪਿਸਟਲ ਫੜੇ ਕੀ ਹੈ ਜੀ? हाँ जी दोस्तों, सब तो पहला तो ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਆਪਣੀ ਜਿਹੜੀ ਪਾਲਿਸੀ ਬਹੁਤ ਕਲੀਅਰ ਹੈ। ਕ੍ਰਾਈਮ ਤੇ ਕ੍ਰਿਮੀਨਲ ਨੂੰ ਕੰਟਰੋਲ ਕਰਨਾ ਸਾਡਾ ਜਿਹੜਾ ਪਹਿਲਾ ਏਮ ਹੈ ਔਰ ਉਹਦੇ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਵੇ ਦੇ ਨਾਲ ਔਰ ਲੋਕਾਂ ਦੇ ਸਾਥ ਦੇ ਨਾਲ ਅਸੀਂ ਆਪਣੇ ਜਿਹੜੇ ਇਹ ਕਾਰਜ ਪ੍ਰਣਾਲੀ ਨੂੰ ਕਰਨਾ। ਉਸ ਦੌਰਾਨ ਸਾਰੇ ਹੀ ਜਿਹੜੇ ਸਾਡੇ ਆਫਿਸਰ ਸੀਗੇ ਉਹਨਾਂ ਨੂੰ ਅਸੀਂ ਹਦਾਇਤਾਂ ਕੀਤੀਆਂ, ਸਿਕਿਉਰਿਟੀ ਦੇ ਪ੍ਰਬੰਧ ਕੀਤੇ। ਉਹਦੇ ਤਹਿਤ ਸਾਡੇ ਡੀਸੀਪੀ ਸਾਹਿਬ ਔਰ ਸਾਡੀ ਜਿਹੜੀ ਟੀਮ ਸੀਗੀ, ਖਾਸ ਕਰਕੇ ਜਿਹੜਾ ਡਿਟੈਕਟਿਵ ਔਰ ਸੀਆਈਏ, ਇਹਨਾਂ ਨੇ ਮਿਹਨਤ ਦੇ ਨਾਲ ਕੱਲ੍ਹ ਹੀ ਇੱਕ ਜਿਹੜਾ ਗੈਂਗ ਫੜਿਆ, ਸਪੈਸ਼ਲ ਨਾਕੇ ਵਗੈਰਾ ਲਗਾਏ ਹੋਏ ਸੀਗੇ। ਉਸ ਗੈਂਗ 'ਚੋਂ 2 ਜਿਹੜੇ ਵਿਅਕਤੀ ਸੀਗੇ ਔਰ ਉਹਨਾਂ 'ਚੋਂ ਇੱਕ ਵਿਅਕਤੀ ਨੂੰ ਅਸੀਂ ਪਕੜ ਲਿਆ। 2 ਵਿਅਕਤੀ ਨਾਮਜ਼ਦ ਹੋਏ ਨੇ। ਇੱਕ ਦਾ ਨਾਂ ਜਗਪ੍ਰੀਤ ਸਿੰਘ ਹੈ, ਦੂਸਰੇ ਦਾ ਅਰਸ਼ਦੀਪ। ਇਹ ਦੋਵੇਂ ਹੀ ਘਰਿੰਡਾ ਥਾਣੇ ਦੇ ਵਸਨੀਕ ਨੇ ਔਰ ਉਹਨਾਂ ਦੀ ਜਿਹੜਾ ਜਗਪ੍ਰੀਤ ਦੀ ਸਰਚ ਤੋਂ ਬਾਅਦ 2 ਵੈਪਨਸ ਉਹ ਮਿਲੇ, ਨਾਲ 2 ਮੈਗਜ਼ੀਨ ਨੇ, 10 ਜ਼ਿੰਦਾ ਕਾਰਤੂਸ, 30 ਬੋਰ ਦੇ ਵੈਪਨ ਨੇ। ਔਰ ਇਹ 'ਚ ਮੇਨ ਜਿਹੜੀ ਗੱਲ ਹੈ, ਇਹ ਵੈਪਨ ਬਹੁਤ ਹੀ ਸੋਫਿਸਟੀਕੇਟਡ ਔਰ ਸਲੋਵਾਕੀਆ ਜਿਹੜਾ ਇੱਕ ਵਿਦੇਸ਼ੀ ਜਿਹੜਾ ਹੈਗਾ ਉੱਥੋਂ ਦੇ ਬਣੇ ਹੋਏ ਨੇ ਔਰ ਲੱਗਦਾ ਹੈ ਕਿ ਇਹ ਪਾਕਿਸਤਾਨ ਦੇ ਜ਼ਰੀਏ ਇੱਥੇ ਪਹੁੰਚੇ ਨੇ। ਇਹ ਵੈਪਨ ਜਿਹੜੇ ਨੇ ਉਹ ਉਸ ਤੋਂ ਬਾਅਦ ਇਹਦੀ ਅੱਗੇ ਜਿਹੜੀ ਹੈ ਇਨਵੈਸਟੀਗੇਸ਼ਨ ਜਾਰੀ ਹੈ। ਇਹ ਕਿੱਥੋਂ ਆਏ, ਕੌਣ ਲੈ ਕੇ ਆਇਆ, ਹੋਰ ਇਹਦੇ ਨਾਲ ਕੌਣ ਕਨੈਕਟਡ ਹੈ ਜਾਂ ਇਹਨਾਂ ਦੇ ਨਾਲ ਯੂਜ਼ ਕਰਦਿਆਂ ਕੋਈ ਵਾਰਦਾਤ ਹੋਈ ਜਾਂ ਨਹੀਂ ਹੋਈ, ਇਹ ਸਾਰੀਆਂ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ 'ਚ ਆ ਜਾਣਗੀਆਂ। ਪਰ ਇਸ ਮੌਕੇ ਦੇ ਉੱਤੇ ਜਿਹੜੇ ਵੈਪਨ ਜਿਹੜੇ ਬਹੁਤ ਹੀ ਸਫਿਸਟੀਕੇਟਡ ਨੇ ਔਰ ਲੱਗਦਾ ਹੈ ਕਿ ਪਾਰ ਤੋਂ ਆਏ ਨੇ ਔਰ ਉਹ ਇੱਕ ਜਿਹੜੀ ਹੈ ਰਿਕਵਰੀ ਹੋਣ ਦੇ ਨਾਲ ਅੱਗੋਂ ਆਉਣ ਵਾਲਾ ਜਿਹੜਾ ਕ੍ਰਾਈਮ ਨੂੰ ਕੁਛ ਨਾ ਕੁਛ ਠੱਲ ਜ਼ਰੂਰ ਪਏਗੀ। ਸੋ ਇਸ ਮਸਲੇ ਦੇ ਉੱਤੇ ਮੈਂ ਆਪਣੇ ਜਿਹੜੇ ਆਫਿਸਰਸ ਜਿਨ੍ਹਾਂ ਨੇ ਸਾਰਿਆਂ ਨੇ ਕੰਮ ਕੀਤਾ ਉਹਨਾਂ ਨੂੰ ਸ਼ਾਬਾਸ਼ੀ ਵੀ ਦੇਣਾ ਔਰ ਤੁਹਾਡੇ ਨਾਲ ਇਹ ਵੀ ਵਾਅਦਾ ਕਰਦਾ ਕਿ ਅੱਗੇ ਤੋਂ ਵੀ ਜਿਹੜਾ ਹੈਗਾ ਇਹ ਬਹੁਤ ਹੀ ਮੁਸ਼ਤੈਦੀ ਦੇ ਨਾਲ ਔਰ ਤੁਹਾਡੇ ਸਾਰੇ ਜਿਹੜੇ ਤੁਹਾਡੇ ਜ਼ਰੀਏ ਜਿੰਨੇ ਵੀ ਸਾਡੇ ਇਲਾਕਾ ਨਿਵਾਸੀ ਹੈ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਕ੍ਰਾਈਮ ਕ੍ਰਿਮੀਨਲ ਨੇ ਇਹਨਾਂ ਦੇ ਪੂਰੀ ਨੱਥ ਪਾਈ ਜਾਏਗੀ ਤਾਂ ਕਿ ਜਿਹੜਾ ਸਾਡਾ ਜਿਹੜਾ ਇਹ ਮਾਹੌਲ ਬਹੁਤ ਹੀ ਸੁਖਾਵਾਂ ਹੋਏਗਾ। ਸਰ ਇਹ ਦੋਨੋਂ ਘਰਿੰਡਾ ਦੇ ਰਹਿਣ ਵਾਲੇ ਨੇ, ਇਹਨਾਂ ਦੇ ਪਹਿਲੇ ਵੀ ਕੋਈ ਪਰਚੇ ਦਰਜ ਨੇ? ਦੇਖੋ, ਇਹ ਘਰਿੰਡਾ ਦੇ ਰਹਿਣ ਵਾਲੇ ਨੇ। ਇਹਨਾਂ ਦਾ ਜਿਹੜਾ ਸਾਰਾ ਰਿਕਾਰਡ ਖੰਗਾਲਿਆ ਜਾ ਰਿਹਾ ਕਿਉਂਕਿ ਇੱਕ ਬੰਦਾ ਅਰੈਸਟ ਹੋ ਗਿਆ, ਦੂਸਰਾ ਭੱਜ ਲਿਆ ਸੀ। ਉਸ ਤੋਂ ਇਲਾਵਾ ਹੋਰ ਵੀ ਜਿਹੜੇ ਇਹਨਾਂ ਨਾਲ ਕੋਈ ਐਸੋਸੀਏਟ ਹੋਣਗੇ ਕਿਤੋਂ ਉਹ ਆਇਆ ਹੋਏਗਾ। ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ ਦੀਆਂ ਨੇ। ਸੋ ਮੈਂ ਇਸ ਸਟੇਜ 'ਤੇ ਤੁਹਾਨੂੰ ਇਸ ਤੋਂ ਇਲਾਵਾ ਸ਼ਾਇਦ ਨਾ ਦੱਸ ਪਾਵਾਂ ਕਿਉਂਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਦੋਂ ਵੀ ਕੋਈ ਇਸ ਤੋਂ ਫਰਦਰ ਬ੍ਰੇਕ ਥਰੂ ਹੋਏਗਾ ਤੁਹਾਡੇ ਰੂਬਰੂ ਜ਼ਰੂਰ ਹੋਵਾਂਗੇ। ਪਰਚਾ ਕੋਈ ਦਰਜ ਹੈ, ਪੁਰਾਣਾ ਪਰਚਾ ਦਰਜ ਹੈ ਕੋਈ ਇਹਨਾਂ ਤੇ? ਉਹ ਅਸੀਂ ਖੰਗਾਲ ਰਹੇ ਹਾਂ ਕਿਹੜੇ ਉਹਨਾਂ ਦੇ, ਕਿਉਂਕਿ ਡਿਫਰੈਂਟ ਥਾਣਾ ਸੀਗਾ, ਉਹਦਾ ਰਿਕਾਰਡ ਦੇਖ ਰਹੇ ਹਾਂ। ਜਿਹੜੇ ਵੀ ਪਰਚੇ ਤਾਂ ਡੈਫੀਨੇਟਲੀ ਹੋਣਗੇ ਪੁਰਾਣੇ ਕ੍ਰਿਮੀਨਲ ਹੀ ਲੱਗਦੇ ਨੇ ਔਰ ਸਾਰੇ ਹੀ ਜਿਹੜੇ ਅਸੀਂ ਪੁਰਾਣੇ ਕ੍ਰਿਮੀਨਲਸ ਦੇ ਉਹਨਾਂ ਦੇ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਅਸੀਂ ਉਹਨਾਂ ਦੀ ਸ਼ੈਡੋਇੰਗ ਵੀ ਕਰਾਂਗੇ, ਉਹਨਾਂ ਦੇ ਪੂਰਾ ਧਿਆਨ ਰੱਖਾਂਗੇ, ਪੂਰੀ ਨਜ਼ਰ ਰੱਖਾਂਗੇ ਤਾਂ ਕਿ ਉਹ ਉਹਨਾਂ ਦੇ ਕ੍ਰਾਈਮ ਕਰਨ ਤੋਂ ਪਹਿਲਾਂ ਹੀ ਉਹਨਾਂ ਨੂੰ ਰੋਕਿਆ ਜਾਵੇ ਔਰ ਉਹਨਾਂ ਨੂੰ ਇਹਦੇ ਡਰੋਨ ਦੇ ਆਉਣ ਦੇ ਨਾਲ ਸੰਭਾਵਨਾ ਲੱਗਦੀ ਹੈ। ਲੇਕਿਨ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਇਨਵੈਸਟੀਗੇਸ਼ਨ, ਇੰਨੀ ਗੱਲ ਜ਼ਰੂਰ ਹੈ ਕਿ ਵੈਪਨ ਇਹ ਬਹੁਤ ਸਫਿਸਟੀਕੇਟਡ ਹੈ, ਸਲੋਵਾਕੀਆ ਦਾ ਬਣਿਆ ਹੋਇਆ, ਇੰਡੀਆ ਦਾ ਤਾਂ ਬਣਿਆ ਨਹੀਂ ਹੋਈ, ਨਾ ਹੀ ਇਹ ਦੇਸੀ ਹੈਗਾ, ਸੋ ਫੋਰਨ ਮੇਡ ਹੈਗਾ। ਸੋ ਇਹਦੀ ਉਸ ਐਂਗਲ ਤੋਂ ਸਰ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਝ ਸਾਹਮਣੇ ਆਇਆ ਜੀ ਵੀ ਕਿੱਥੋਂ ਮੰਗਾਏ ਸੀ ਜਾਂ ਕਿੱਥੇ ਇਹਨਾਂ ਨੇ ਡਿਲੀਵਰੀ ਦੇਣੀ ਸੀ ਜਾਂ ਇਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਜੀ? ਦੇਖੋ, ਹਾਲੇ ਤਾਂ ਇਸ ਗੱਲ 'ਤੇ ਹੈ ਕਿ ਅਸੀਂ ਇਹਨੂੰ ਰਿਕਵਰ ਕਰ ਲਿਆ। ਇੱਕ ਮੁਲਜ਼ਮ ਜਿਹੜਾ ਅਰੈਸਟ ਕਰ ਲਿਆ, ਉਹਨੂੰ ਅਸੀਂ ਉਹਦੇ ਪ੍ਰੋਡਕਸ਼ਨ ਵਾਰੰਟ ਲੈ ਰਹੇ ਹਾਂ, ਉਹਨੂੰ ਪੇਸ਼ ਕਰਕੇ, ਕਿਉਂਕਿ ਕੱਲ੍ਹ ਹੀ ਅਰੈਸਟ ਕੀਤਾ ਹੈਗਾ। ਅੱਜ ਉਹਦਾ ਰਿਮਾਂਡ ਲਵਾਂਗੇ ਔਰ ਉਹਦੀ ਫਿਰ ਪੂਰੀ ਪੁੱਛਗਿੱਛ ਕਰਕੇ ਪੂਰਾ ਉਹਦਾ ਜਿਹੜਾ ਹੈ ਉਹ ਬਿਊਰੋ ਕਰਾਂਗੇ।
ਯਾਰ ਇੱਕ ਇੱਕ ਕਰਕੇ ਪੁੱਛੋ ਤੁਸੀਂ ਮੱਛੀ ਮੰਡੀ ਵਾਲਾ ਹਿਸਾਬ ਨਾਲ ਨਾ ਕਰੋ। ਜਿਹੜਾ ਕਿ ਪਿਛਲੇ ਦਿਨ ਜੋ ਤੁਸੀਂ ਜੁਆਇਨ ਕੀਤਾ ਸੀ ਉਸ ਦਿਨ ਵੀ ਗ੍ਰੇਨੇਡ ਸਰ ਮਿਲੇ ਸੀਗੇ ਕਿ ਇਹ ਇਸ ਤਰ੍ਹਾਂ ਜਿਹੜੇ ਵੈਪਨ ਨੇ ਉਹਨਾਂ ਦੇ ਨਾਲ ਉਸ ਦੀ ਜਾਂਚ ਕਿਤੇ ਇਹਨਾਂ ਨਾਲ ਜੁੜਦੀ ਹੈ ਜਾਂ ਇਹ ਜਿਹੜੇ ਹਥਿਆਰ ਲਗਾਤਾਰ ਇਹਦੇ ਸਿਟੀ ਦੇ ਵਿੱਚ ਆ ਰਹੇ ਨੇ? ਮੁੱਢਲੇ ਰੂਪ ਦੇ ਵਿੱਚ ਗ੍ਰਨੇਡ ਵਾਲਾ ਤੇ ਇਹਦੇ ਨਾਲ ਆਪਸ ਦੇ ਵਿੱਚ ਕੋਈ ਕਨੈਕਸ਼ਨ ਨਹੀਂ ਹੈਗਾ, ਲੇਕਿਨ ਸਾਡੀ ਜਿਹੜੀ ਹੈ ਇਨਵੈਸਟੀਗੇਸ਼ਨ ਹੈ, ਡੈਫੀਨੇਟਲੀ ਉਹ ਗ੍ਰਨੇਡ ਵੀ ਬਾਹਰੋਂ ਆਏ ਸੀਗੇ। ਇਹ ਵੀ ਜਿਹੜਾ ਲੱਗਦਾ ਹੈ ਕਿ ਇਹ ਵਿਦੇਸ਼ੀ ਨੇ ਔਰ ਉਹ ਐਂਗਲ ਤੋਂ ਅਸੀਂ ਉਹਨੂੰ ਪ੍ਰੂਵ ਸਰ ਆਮ ਤੌਰ ਤੇ ਦੇਖਿਆ ਗਿਆ ਕਿ ਵੀ ਹੈ ਬਹੁਤ ਹੈਬਚੁਅਲ ਕ੍ਰਿਮੀਨਲਸ ਹੈ ਜਿਹੜੇ ਨਾ ਦੁਬਾਰਾ ਇਨਵੋਲਵ ਜਵਾਨਾਂ ਤੋਂ ਛੁੱਟਦੇ ਆ ਤੇ ਦੁਬਾਰਾ ਇਨਵੋਲਵ ਹੋ ਜਾਂਦੇ ਨੇ। ਇਹਦੀ ਵੀ ਇਸ ਤਰ੍ਹਾਂ ਹੀ ਤੇ ਨਾਲ ਦੀ ਨਾਲ ਦੀ ਫੈਮਿਲੀ ਜਿਹੜੀ ਬੈਕਗ੍ਰਾਉਂਡ ਹੈ, ਕਿਉਂਕਿ ਪਿੰਡਾਂ ਦੇ ਜਿਹੜੇ ਬਾਰਡਰ है तो उच्च अधिकारी ने पुलिस अथॉरिटी ने ही उसको आगे रिलीज किया है, तो ऐसे अधिकारी अगर उनकी मिली भगत होगी तो उनके खिलाफ भी कार्रवाई होगी। ਦੇਖੋ ਜਿੱਥੇ ਕੋਈ ਇਹੋ ਜਿਹੀ ਸਾਨੂੰ ਲੱਗਦੀ ਹੋਏਗੀ ਕਿ ਸਪੋਜ਼ ਕਰ ਲਓ ਬੰਦੇ ਦਾ ਉੱਥੇ ਫਿਜ਼ੀਕਲ ਐਡਰੈਸ ਹੀ ਨਹੀਂ ਹੈਗਾ ਤੇ ਵੈਰੀਫਿਕੇਸ਼ਨ ਹੋਏਗਾ, ਔਰ ਇਹ ਤਾਂ ਪਹਿਲਾਂ ਵੀ ਉਹਨਾਂ ਦੇ ਖਿਲਾਫ ਇਹੋ ਜਿਹੀਆਂ ਹੁੰਦੀਆਂ ਰਹੀਆਂ ਨੇ ਤੇ ਉਹ ਕਾਰਵਾਈ ਹੋਏਗੀ। ਜੇ ਉਹ ਲੱਗਦਾ ਹੋਏਗਾ ਕਿ ਉਸ ਐਡਰੈਸ ਦੇ ਉੱਤੇ ਉਹ ਬੰਦਾ ਰਹਿੰਦਾ ਹੀ ਨਹੀਂ ਸੀ ਤੇ ਉੱਥੇ ਉਹਦੀ ਐਨਓਸੀ ਮਿਲ ਗਈ, ਡੈਫੀਨੇਟਲੀ ਹੋਏਗਾ। ਸਾਹਮਣੇ ਆਏ ਨੇ ਕੋਈ ਲਾਇਸੈਂਸ ਇਦਾਂ ਦੇ ਸਾਹਮਣੇ ਆਏ ਨੇ ਕਿ ਜਿਸ ਤਰ੍ਹਾਂ ਕੁਝ ਗਲਤ ਐਡਰੈਸ ਤੇ ਬਣੇ ਹੋਏ ਆ? ਨਹੀਂ, ਮੈਂ ਤਾਂ ਤੁਹਾਨੂੰ ਇੱਕ ਕ੍ਰਾਈਟੇਰੀਆ ਦੱਸਿਆ ਲਾਇਸੈਂਸਿੰਗ ਦਾ, ਕਿਉਂਕਿ ਇਹ ਤੁਹਾਡੇ ਮਾਧਿਅਮ ਰਾਹੀਂ ਇਹ ਬਿਲਕੁਲ ਕਲੈਰਿਟੀ ਕਰਨਾ ਚਾਹੁੰਦੇ ਆ ਕਿ ਅਸੀਂ ਇਹਦੀਆਂ ਵੈਰੀਫਿਕੇਸ਼ਨ ਕਿਉਂ ਤੇ ਕਿਵੇਂ ਕਰ ਰਹੇ ਹਾਂ। ਜਿਹੜਾ ਕ੍ਰਾਈਟੇਰੀਆ ਹੈਗਾ ਉਹ ਇਹ ਹੈਗਾ, ਪਹਿਲੇ ਨੰਬਰ ਤੇ ਜਿਹੜਾ ਕ੍ਰਾਈਮ ਜਿਹਦੇ ਖਿਲਾਫ ਜਿਹਨੇ ਕੀਤਾ ਹੋਇਆ ਉਹਦਾ ਲਾਇਸੈਂਸ ਹੈ, ਜਾਂ ਜਿਹਨੇ ਕੋਈ ਗਲਤ ਐਡਰੈਸ ਦੇ ਕੇ ਦਿੱਤਾ ਉਹ ਹੈ, ਜਾਂ ਉਹਦਾ ਕੋਈ ਏਜ ਔਰ ਪ੍ਰੋਫੈਸ਼ਨ ਲੱਗਦਾ ਹੈ ਕਿ ਉਹ ਨਹੀਂ ਹੈਗਾ ਜਾਂ ਸੁਸਾਇਟੀ ਵਾਸਤੇ ਨਹੀਂ ਹੈ, ਉਹ ਕ੍ਰਾਈਟੇਰੀਆ। ਸਰ ਜਿਹੜੇ ਮਰਡਰ ਦੀ ਤੁਸੀਂ ਗੱਲ ਕਰਦੇ ਪਏ ਹੋ, ਇਹ ਜਿਹੜਾ ਹੱਥੋਂ ਝੱਡੇ ਮਰਡਰ ਹੋਇਆ ਇਹ ਉਹਦੀ ਗੱਲ ਹੈ? ਇਹ ਇੱਥੇ ਛਿਹਾਟਾ ਏਰੀਆ ਦੇ ਵਿੱਚ ਹੋਇਆ, ਮੈਂ ਤੁਹਾਨੂੰ ਪ੍ਰੈਸ ਨੋਟ 'ਚ ਵੀ ਦੇ ਦਿੱਤਾ ਹੈ। ਬੀ ਡਿਵੀਜ਼ਨ ਸਰ ਇੱਕ ਕਲੈਰੀਫਾਈ ਕਰ ਦਿਓ ਸਰ, ਜਿਹਦੇ ਕੋਲ ਲਾਇਸੈਂਸ ਮੰਨ ਲਓ ਆਈ ਐਮ ਅ ਲਾਇਸੈਂਸ ਹੋਲਡਰ, ਮੈਨੂੰ ਜਾ ਕੇ ਵੈਰੀਫਿਕੇਸ਼ਨ ਕਰਾਉਣੀ ਪੈਣੀ ਹੈ ਜਾਂ ਕੋਈ ਪੁਲਿਸ ਦਾ ਕੋਈ ਕਾਂਸਟੇਬਲ ਜਾਂ ਕੁਝ ਅਧਿਕਾਰੀ ਆਣਗੇ ਐਸਆਈ ਲੈਵਲ ਤੇ ਜਿਹਨੂੰ ਵੀ ਡਿਪਿਊਟ ਜਾਂ ਸੀਕ੍ਰੀਟ ਉਹ ਆ ਕੇ ਜਿਹੜੀ ਉਹ ਜਾਂਚ ਕਰਨਗੇ, ਕਿਉਂਕਿ ਆਮ ਤੌਰ ਤੇ ਫੋਨ ਆਉਂਦਾ ਹੈ ਤੁਹਾਡੇ ਕੋਲ ਲਾਇਸੈਂਸ ਹੈਗਾ, ਆਓ ਜੀ ਥਾਣੇ ਲੈ ਕੇ ਆ ਜਾਓ। ਉਹ ਕਹਿੰਦਾ ਵੀ ਯਾਰ ਚੈਕਿੰਗ ਫਿਰ ਪਰਪਸ ਤਾਂ ਡਿਫੀਟ ਹੋ ਗਿਆ ਸਰਕਾਰ ਦਾ, ਚੈਕਿੰਗ ਤੇ ਇਹ ਕਰਨੀ ਪਰਸਨਲ ਵੈਰੀਫਿਕੇਸ਼ਨ ਕਿ ਵਾਕਈ ਕਿਆ ਬੰਦਾ ਉੱਥੇ ਰਹਿੰਦਾ ਕਿ ਨਹੀਂ ਰਹਿੰਦਾ, ਤੇ ਜੇ ਉੱਥੇ ਜਾ ਕੇ ਕਰਨੀ ਤੇ ਫਿਰ ਤੇ ਪਰਪਸ ਹੀ ਖਤਮ ਹੋ ਗਿਆ ਜੀ। ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਅਸੀਂ ਫਿਜ਼ੀਕਲ ਵੈਰੀਫਿਕੇਸ਼ਨ ਦਾ ਫਿਜ਼ੀਕਲ ਹੈ, ਉਸ ਤੋਂ ਬਾਅਦ ਜੇ ਸਪੋਜ਼ ਕਰ ਲਓ ਤੁਹਾਡਾ ਰਿਕਾਰਡ ਉੱਥੇ ਕੋਈ ਹੈਗਾ ਤੇ ਰਿਕਾਰਡ ਉਹਦੇ ਪੇਪਰ ਦੇ ਨਾਲ ਲੱਗਿਆ ਹੀ ਨਹੀਂ, ਉਹ ਤੁਹਾਨੂੰ ਦੇਣਾ ਵੀ ਪੈ ਸਕਦਾ। ਜਿਹੜਾ ਮੈਂ ਦੋ ਗੱਲਾਂ ਹੋ ਗਈਆਂ ਨਾ, ਇੱਕ ਫਿਜ਼ੀਕਲ ਹੈ, ਇੱਕ ਉਹ ਹੈ ਕਿ ਆਪਾਂ ਪ੍ਰੋਫੈਸ਼ਨ ਕੀ ਕਰਦੇ ਆ, ਉਹ ਤਾਂ ਉੱਥੇ ਮੌਕੇ ਤੇ ਜਾਣ ਦਾ ਮਤਲਬ ਹੈ ਕਿ ਫਿਜ਼ੀਕਲ ਉੱਥੇ ਵੈਰੀਫਾਈ ਕਰਨਾ। ਜਿਹੜਾ ਤੁਹਾਡਾ ਬਾਕੀ ਚੀਜ਼ਾਂ ਹੈਗੀਆਂ, ਹੁਣ ਇੱਕ ਬੰਦਾ ਕਹਿੰਦਾ ਤੁਹਾਨੂੰ ਫੋਨ ਕਰਦਾ, ਉਹ ਤਾਂ ਬੰਦਾ ਹੀ ਨਹੀਂ ਇੱਥੇ ਰਹਿੰਦਾ ਤਾਂ ਨੈਚੁਰਲੀ ਉਹਨੂੰ ਬੁਲਾਉਣਾ ਪਏਗਾ ਨਾ। ਫਿਜ਼ੀਕਲ ਤਾਂ ਅਜੇ ਮੰਨ ਲਓ ਯੂਪੀ ਰਹਿੰਦਾ ਪਿਆ, ਲਾਇਸੈਂਸ ਅੰਮ੍ਰਿਤਸਰ ਦਾ ਬਣਿਆ, ਹੁਣ ਉਹ ਯੂਪੀ ਤਾਂ ਜਾਣ ਨਹੀਂ ਸਕਦੇ। ਮੈਂ ਹੋ ਜੋ ਰਿਹਾ ਮੈਂ ਦੱਸ ਰਿਹਾ ਤੁਹਾਨੂੰ, ਮੇਰੇ ਕੋਲ ਲਾਇਸੈਂਸ ਹੈ, ਮੈਨੂੰ ਫੋਨ ਆਉਂਦਾ ਵੀ ਤੁਹਾਡੇ ਕੋਲ ਲਾਇਸੈਂਸ, ਤੁਸੀਂ ਉੱਥੇ ਰਹਿੰਦੇ ਹੋ? ਹਾਂਜੀ ਰਹਿੰਦੇ ਆ। ਲਾਇਸੈਂਸ ਵੈਪਨ ਲੈ ਕੇ ਥਾਣੇ ਆ ਜਾਓ। ਮੈਂ ਕਿਹਾ ਜੀ ਆਰਡਰ ਕਿਆ ਹੈ? ਆਰਡਰ ਇਹ ਹੈ ਵੀ ਹਰ ਬੰਦੇ ਨੇ ਆਪਣਾ ਲਾਇਸੈਂਸ ਲੈ ਕੇ ਥਾਣੇ ਜਾਣਾ ਹੈ, ਵੈਪਨ ਲੈ ਕੇ ਥਾਣੇ ਜਾਣਾ ਹੈ। ਮੈਂ ਇਹ ਨਹੀਂ ਪੁੱਛ ਰਿਹਾ ਸੀ ਤਾਂ ਕਿ ਲੋਕਾਂ ਨੂੰ ਵੀ, ਬਹੁਤ ਸਾਰੇ ਲੋਕਾਂ ਨੂੰ ਵੀ ਫੋਨ ਆਉਂਦੇ ਫਿਜ਼ੀਕਲ ਵੈਰੀਫਿਕੇਸ਼ਨ ਮੌਕੇ ਤੇ ਹੋਏਗੀ। ਪੇਪਰ ਵਰਕ ਜੇ ਤੁਸੀਂ ਦਿਖਾਉਣਾ ਚਾਹੁੰਦੇ ਹੋ ਤੇ ਤੁਸੀਂ ਮੰਨ ਲਓ ਪੱਤਰਕਾਰ ਹੋ ਕਿ ਮੇਰੇ ਆਹ ਪੇਪਰ ਹੈ, ਮੈਂ ਠੀਕ ਹਾਂ, ਦੈਟਸ ਆਲ। ਸਰ ਜਿਹੜੇ 170 ਲਾਇਸੈਂਸ ਸਸਪੈਂਡ ਕੀਤੇ ਨੇ ਉਹਨਾਂ ਦੇ ਵੈਪਨ ਉਹਨਾਂ ਦੇ ਕੋਲ ਰਹਿਣਗੇ ਕਿ ਜਮ੍ਹਾਂ ਹੋ ਜਾਣੇ ਜੀ? ਉਹ ਵੈਪਨ ਜਮ੍ਹਾਂ ਹੋ ਗਏ ਜੀ, ਜਾਣੇ ਆ, ਪੂਰਾ ਪ੍ਰੋਸੈਸ। ਸੋਸ਼ਲ ਮੀਡੀਆ ਤੇ ਉਹ ਚੀਜ਼ਾਂ ਅਲੱਗ ਨੇ, ਉਹ ਤਾਂ ਉਹਨਾਂ ਦੇ ਤਾਂ ਖਿਲਾਫ ਪਰਚਾ ਹੀ ਹੋ ਰਿਹਾ ਜਿਹੜਾ। ਅੱਜ ਲਾਸਟ ਡੇ ਹੈ ਜੀ, ਉਹਦੇ ਤੇ ਵੀ ਆਨੇ ਆਪਾਂ। ਉਹ ਜਿਹੜੇ ਕੋਈ ਵੀ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਦਿਖਾਵੇ ਦੇ ਤੌਰ ਤੇ, ਬੇਸਿਕਲੀ ਆਪਣਾ ਕ੍ਰਾਈਟੇਰੀਆ ਤਾਂ ਬੜਾ ਸਿੰਪਲ ਹੈ ਕਿ ਜਿਹੜਾ ਸੁਸਾਇਟੀ ਨੂੰ ਕਿਸੇ ਸਿਸਟਮ ਦੇ ਨਾਲ ਉਹਨੂੰ ਅਨਰੈਸਟ ਕਰਨ ਦੀ ਕੋਸ਼ਿਸ਼ ਜਾਂ ਉਹ ਹੈ, ਜਾਂ ਸਾਡਾ ਜਿਹੜਾ ਯੂਥ ਉਹਨੂੰ ਫੋਲੋ ਕਰਕੇ ਖਰਾਬ ਹੁੰਦਾ, ਉਹ ਇੱਕ ਤਰ੍ਹਾਂ ਦਾ ਸੁਸਾਇਟੀ ਦੇ ਅਗੇਂਸਟ ਜਿਹੜਾ ਇਹ ਕ੍ਰਾਈਮ ਹੈ, ਔਰ ਉਹ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਹੈ। ਫਿਰ ਵੀ ਆਪਾਂ 3 ਦਿਨ ਦਾ ਟਾਈਮ ਦਿੱਤਾ ਸੀਗਾ ਵੀ ਤੁਸੀਂ ਆਪਦੇ ਉਤਾਰ ਲਓ, ਔਰ ਜੇ ਉਸ ਤੋਂ ਬਾਅਦ ਨਹੀਂ ਹੈ, ਪਰ ਉਹਦੇ ਵਿੱਚ ਵੀ ਹੈ ਵੀ ਸਾਡਾ ਬੜਾ ਕਨਸੈਪਟ ਕਲੀਅਰ ਹੈ ਕਿ ਜਿਹੜਾ ਕੋਈ ਲੱਗਦਾ ਹੈ ਕਿ ਕਿਸੇ ਕਿਸਮ ਦਾ ਗਲੋਰੀਫਾਈ ਕਰਦਾ ਹੈਗਾ, ਜਾਂ ਜਿਹੜਾ ਲੱਗਦਾ ਹੈ ਕਿ ਸਾਡੇ ਸੁਸਾਇਟੀ ਦੇ ਵਿੱਚ ਨੈਗੇਟਿਵਿਟੀ ਹੈ, ਚਾਹੇ ਉਹ ਹੇਟ ਟਾਈਪ ਹੈ ਜਾਂ ਇਹ ਗਲੋਰੀਫਿਕੇਸ਼ਨ ਹੈ, ਉਹ
ਸੁਸਾਇਟੀ ਲਈ ਮਾੜੀ ਹੈ ਔਰ ਉਹਦੇ ਖਿਲਾਫ ਜਿਹੜੀ ਹੈ ਐਨਆਰਆਈ ਦਾ ਇਨਸੀਡੈਂਟ ਹੋਇਆ ਸੀ ਬਹੁਤ ਜ਼ਬਰਦਸਤ ਇੱਥੇ ਉਹਦੀ ਇੱਕ ਸਿੱਟ ਵੀ ਬਣਾਈ ਗਈ ਸੀ ਲੇਕਿਨ ਉਹ ਐਨਆਰਆਈ ਪਰਿਵਾਰ ਜਿਹੜਾ ਹਾਲੇ ਤੱਕ ਵੀ ਸੈਟੀਸਫਾਈਡ ਨਹੀਂ ਦੱਸਿਆ ਜਾ ਰਿਹਾ ਬੁੱਧਵਾਰ ਕਿਹਾ ਜਾ ਰਿਹਾ ਕਿ ਉਹ ਐਨਆਰਆਈ ਪਰਿਵਾਰ ਜਿਹੜਾ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਨ ਜਾ ਨਹੀਂ ਮੇਰੇ ਨਾਲ ਉਹਨਾਂ ਪਰਿਵਾਰ ਮਿਲ ਗਿਆ ਸੀਗਾ ਉਹਨਾਂ ਨੂੰ ਸਾਰਾ ਅਸੀਂ ਪ੍ਰੋਸੈਸ ਜਿਹੜਾ ਹੈਗਾ ਉਹਦਾ ਇਨਵੈਸਟੀਗੇਸ਼ਨ ਦਾ ਦੱਸ ਦਿੱਤਾ ਹੈਗਾ ਔਰ ਉਸ ਤੋਂ ਬਾਅਦ ਉਹ ਅੰਡਰ ਇਨਵੈਸਟੀਗੇਸ਼ਨ ਆ ਉਹ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਨਾਂ ਨਾਲ ਮੇਰੀ ਅੱਜ ਹੀ ਮਿਲ ਹਾਂਜੀ ਇਹਦੀ ਮੈਂ ਤੁਹਾਨੂੰ ਪ੍ਰੈਸ ਨੋਟ ਦਿੱਤਾ ਇਹ ਮੈਂ ਤੁਹਾਨੂੰ ਦੱਸਿਆ ਕਿ ਇਹ ਕੱਲ ਰਾਤ ਦਾ ਇਨਸੀਡੈਂਟ ਹੈ ਅਰਲੀ ਮਾਰਨਿੰਗ ਦਾ ਉਹਦੇ ਵਿੱਚ ਵਿਆਹ ਦੇ ਵਿੱਚ ਕੋਈ ਵਿਅਕਤੀ ਜਾਂਦਾ ਔਰ ਉੱਥੇ ਆਪਣੇ ਇਸ ਲਾਇਸੈਂਸੀ ਵੈਪਨ ਦੇ ਨਾਲ ਆਪਣੇ ਸਕੇ ਹੀ ਸਾਂਢੂ ਦਾ ਮਰਡਰ ਕਰਦਾ ਜਿਹਦੇ ਵਿੱਚ ਉਹ ਵਿਅਕਤੀ ਵੀ ਅਰੈਸਟ ਕਰ ਲਿਆ ਬੀ ਡਿਵੀਜ਼ਨ ਦਾ ਸੀਗਾ ਔਰ ਇਹ ਵੈਪਨ ਜਿਹੜਾ 32 ਬੋਰ ਦਾ ਉਹਦਾ ਲਾਇਸੈਂਸੀ ਹੈ ਉਹ ਵੀ ਲੈ ਲਿਆ ਔਰ ਜਿਹੜੇ ਉਹਦੇ ਕਾਰਤੂਸ ਵੀ ਲੈ ਲਿਆ ਪਰ ਇੱਥੇ ਦੱਸਣ ਵਾਲੀ ਗੱਲ ਹੈ ਕਿ ਉਹ ਇਨਸੀਡੈਂਟ ਦੇ 1 ਘੰਟੇ ਦੇ ਵਿੱਚ ਹੀ ਉਹ ਬੰਦਾ ਵੀ ਫੜਿਆ ਗਿਆ ਵੈਪਨ ਵੀ ਰਿਕਵਰ ਹੋ ਗਿਆ ਔਰ ਉਹਨੂੰ ਅਰੈਸਟ ਵੀ ਕਰ ਲਿਆ ਕਾਰਨ ਕੀ ਵਜ੍ਹਾ ਹੀਟ ਆਫ ਮੂਵਮੈਂਟ ਸੀ ਜਾਂ ਕੀ ਸੀ ਦੇਖੋ ਇਹ ਹੀਟ ਆਫ ਮੂਵਮੈਂਟ ਹੀ ਕਹਿ ਸਕਦੇ ਹੋ ਕਿ ਆਪਸ ਦੇ ਵਿੱਚ ਜਿਵੇਂ ਸ਼ਾਰਟ ਟੈਂਪਰ ਕਰਕੇ ਝਗੜਾ ਹੋਇਆ ਔਰ ਨਹੀਂ ਪਹਿਲਾਂ ਕੋਈ ਇਹੋ ਜਿਹਾ ਝਗੜਾ ਨਹੀਂ ਸੀਗਾ ਵਿਆਹ ਦੇ ਵਿੱਚ ਆਇਆ ਸਕਾ ਸੰਧੂ ਹੈ ਵਿਆਹ ਦੇ ਵਿੱਚ ਤਾਂ ਰਿਸ਼ਤੇਦਾਰੀ ਸੀਗੀ ਛੋਟਾ ਸਵਾਲ ਹੈ ਵਿਕਰਮ ਮਜੀਠੀਆ ਨੇ ਜਿਹੜਾ ਹੈ ਉਹ ਆਪਣੇ ਟਵਿੱਟਰ ਤੇ ਭਗਵੰਤ ਮਾਨ ਜੀ ਦੀ ਫੋਟੋ ਵਾਇਰਲ ਕੀਤੀ ਸੀ ਕਿਆ ਉਹਨਾਂ ਨੇ ਕਾਰਵਾਈ ਹੋਏਗੀ ਹਥਿਆਰਾਂ ਸਮੇਤ ਦੇਖੋ ਮੈਨੂੰ ਇਹਦੇ ਬਾਰੇ ਨਹੀਂ ਪਤਾ ਵੀ ਉਹਨਾਂ ਨੇ ਕੀਤਾ ਮੇਰੇ ਨੋਟਿਸ 'ਚ ਨਹੀਂ ਆਇਆ ਸੋ ਇਹ ਐਪਰੋਪਰੀਏਟ ਨਹੀਂ ਮੈਂ ਇੱਥੇ ਕੋਈ ਕਮੈਂਟ ਕਰਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਜਿਵੇਂ ਲਾਸਟ ਆਪਾਂ ਪ੍ਰੈਸ ਕਾਨਫਰੰਸ ਵੀ ਕਿਹਾ ਕਿ ਸਾਡੀ ਜਿਹੜੀ ਹੈ ਬਹੁਤ ਜ਼ਿਆਦਾ ਇਸ ਤੇ ਹੈ ਕਿ ਨਰਕੋਟਿਕ ਦੇ ਖਿਲਾਫ ਸਾਡਾ ਬਿਲਕੁਲ ਜਿਹੜਾ ਅਭਿਆਨ ਹੈ ਔਰ ਉਹਨੂੰ ਅਸੀਂ ਬਿਲਕੁਲ ਜਾਰੀ ਰੱਖਾਂਗੇ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਜਿਵੇਂ ਇਸ ਮਹੀਨੇ ਦੇ ਵਿੱਚ ਹੀ ਆਲਮੋਸਟ ਅਸੀਂ 45 ਕੇਸ ਦਰਜ ਕੀਤੇ ਆ NDPS ਐਕਟ ਥੱਲੇ ਇਸ ਮਹੀਨੇ ਦੇ ਵਿੱਚ ਸੋ ਇਹਦੇ ਤੇ ਪੂਰੀ ਸਾਡੀ ਸਟ੍ਰੈਸ ਵੀ ਰਹੇਗਾ ਔਰ ਲੋਕਾਂ ਦੀ ਵੀ ਤੁਹਾਡੇ ਮਾਧਿਅਮ ਰਾਹੀਂ ਕਿ ਕੋਆਪਰੇਸ਼ਨ ਵੀ ਹੋਵੇ ਉਹਦੇ ਵਿੱਚ 71 ਬੰਦੇ ਅਸੀਂ ਹੁਣ ਤੱਕ ਅਰੈਸਟ ਕਰ ਚੁੱਕੇ ਆ NDPS ਦੇ ਵੱਖਰੇ ਕਾਨੂੰਨਾਂ ਦੇ ਥੱਲੇ ਔਰ ਉਹਦੇ ਵਿੱਚੋਂ ਕੋਈ ਲਗਭਗ 5.5 ਕਿਲੋ ਤੋਂ ਵੱਧ ਜਿਹੜੀ ਹੈ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋ ਚੁੱਕੀ ਹੈ ਤੇ ਉਹਨਾਂ ਸਮਗਲਰਾਂ ਤੋਂ ਸਮਗਲਿੰਗ ਨੂੰ ਵੇਚ ਕੇ ਕੋਈ 12,45,940 ਰੁਪਏ ਵੀ ਰਿਕਵਰ ਕੀਤੇ ਹੈ ਇਹਦੇ ਨਾਲ OPM ਵੀ ਰਿਕਵਰ ਕੀਤੀ ਹੈ ਨਸ਼ੀਲੇ ਕੈਪਸੂਲ ਵੀ ਕੀਤੇ ਨੇ ਔਰ ਹੋਰ ਸਾਰੀਆਂ ਚੀਜ਼ਾਂ ਨੇ ਸੋ ਤਕਰੀਬਨ ਔਨ ਐਵਰੇਜ 1-2 ਪਰਚੇ ਰੋਜ਼ ਦੇ ਹੋ ਰਹੇ ਨੇ 2 ਬੰਦੇ ਅਰੈਸਟ ਹੋ ਰਹੇ ਨੇ ਔਰ ਮੈਂ ਇਸ ਤੁਹਾਡੇ ਮਾਧਿਅਮ ਥਾਈਂ ਇਹ ਸਾਰਾ ਕਹਿਣਾ ਚਾਹੁੰਦਾ ਵਾਂ ਕਿ ਜਿੰਨੀ ਵੀ ਆਪਣੀ ਜੇ ਕਿਤੇ ਵੀ ਪੁਆਇੰਟ ਆਫ ਸੇਲ ਆਪਾਂ ਨੂੰ ਲੱਗਦਾ ਜਿਵੇਂ ਆਪਾਂ ਪਹਿਲਾਂ ਕਿਹਾ ਸੀ ਪਬਲਿਕ ਨੂੰ ਨਿਡਰ ਹੋ ਕੇ ਉਹਦਾ ਕੋਈ ਸਾਨੂੰ ਇਨਫੋਰਮ ਕਰਨਾ ਚਾਹੀਦਾ ਔਰ ਅਸੀਂ ਵੀ ਪੂਰੇ ਇਸ ਗੱਲ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਔਰ ਉਹਨਾਂ ਸਮਗਲਰਾਂ ਤੇ ਉਹਨਾਂ ਬੰਦਿਆਂ ਤੇ ਪੂਰੀ ਹੀ ਠੱਲ ਪਾਵਾਂਗੇ ਔਰ ਇਹਨਾਂ ਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਤੋਂ ਬਣਾਈਆਂ ਉਹਨੂੰ ਵੀ ਆਪਾਂ ਸੀਜ਼ ਕਰਾਂਗੇ ਤਾਂ ਕਿ ਜਿਹੜੀ ਇਹ ਸੁਸਾਇਟੀ ਹੈ ਉਹ ਨਸ਼ਾ ਮੁਕਤ ਹੋ ਸਕੇ ਸੁਰਜੀਤ ਸਿੰਘ ਸੰਨੀ ਦੇ ਪਰਿਵਾਰ ਦਾ ਸੈਟਲਮੈਂਟ ਹੈ ਕਿ ਉਹਨਾਂ ਦੀ ਦੁਕਾਨ ਵਿੱਚ ਜਿਨ੍ਹਾਂ ਨੇ ਅੱਗ ਲਾਈ ਤੋੜ-ਫੋੜ ਕੀਤੀ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਗਈ ਕਾਫੀ ਦੇਰ ਤੋਂ ਲੇਕਿਨ ਕਾਰਵਾਈ ਜਿਹੜੀ ਆ ਨਹੀਂ ਹੋ ਰਹੀ ਅਪਰੋਪਰੀਏਟ ਜਿਹੜੇ ਬੰਦੇ ਵੀਡੀਓਜ਼ 'ਚ ਐਵੀਡੈਂਸ ਵੀ ਦੇਖੋ ਜਿਹੜਾ ਉਹ ਉਹਨਾਂ ਦਾ ਜਿਹੜਾ ਉਹ ਇਨਸੀਡੈਂਟ ਸੀਗਾ ਉਸ ਇਨਸੀਡੈਂਟ ਦੇ ਕੰਸਰਨਡ ਇੱਕ FIR ਹੋ ਚੁੱਕੀ ਹੈ ਉਹ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਇਹ ਦਰਖਾਸਤ ਨਹੀਂ ਹੈਗੀ ਇਹ ਤਾਂ ਇੱਕ FIR ਹੋ ਚੁੱਕੀ ਹੈ ਔਰ ਉਹਦੀ ਇਨਵੈਸਟੀਗੇਸ਼ਨ ਹੈ ਉਹ ਉਹਨਾਂ ਨਾਲ ਮਿਲ ਵੀ ਚੁੱਕੇ ਆ ਔਰ ਉਸ ਦੀ ਜਿਹੜੀ ਹੈ ਪ੍ਰੋਗਰੈਸ ਐਜ਼ ਪਰ ਜੋ ਵੀ ਲਾਅ ਕਹਿੰਦਾ ਹੋਏਗਾ ਉਹਦੇ ਮੁਤਾਬਕ ਹੋਏਗੀ ਦੇਖੋ ਉਹਨਾਂ ਨੇ ਇੱਕ ਜਰਨਲ ਲਿਖਾਈ ਹੋਈ ਸੀਗੀ ਉਹਨਾਂ ਨਾਲ ਵੀ ਅੱਜ ਵੀ ਉਹ ਮਿਲ ਕੇ ਗਏ ਨੇ ਉਹਨਾਂ ਨੂੰ ਕਿਹਾ ਵੀ ਜਿਹੜੇ ਵੀ ਬੰਦੇ ਉਹਦੇ ਵਿੱਚ ਹੋਣਗੇ ਉਹਨਾਂ ਦੇ ਬਾਰੇ ਜੋ ਕਾਨੂੰਨ ਕਾਰਵਾਈ ਬਣਦੀ ਹੋਏਗੀ ਜ਼ਰੂਰ ਹੋਏਗੀ ਸਰ ਲਾਂਡਰ ਤੋਂ ਨਾਲ ਇੱਕ ਹੋਰ ਮਸਲਾ ਸ਼ਹਿਰ ਦਾ ਬੜਾ ਇੰਪੋਰਟੈਂਟ ਹੈ ਸਰ ਟ੍ਰੈਫਿਕ ਦੀ ਸਮੱਸਿਆ ਸਾਰੇ ਪਾਸੇ ਜਾਮ ਲੱਗੇ ਪਏ ਨੇ ਤੇ ਕਿਤੋਂ ਵੀ ਲੰਘਣਾ ਸੌਖਾ ਨਹੀਂ ਹੈਗਾ ਦੇਖੋ ਟ੍ਰੈਫਿਕ ਬਾਰੇ ਅਸੀਂ ਮੈਂ 2-3 ਗੱਲਾਂ ਕਰਨੀਆਂ ਚਾਹੁੰਦੀ ਹਾਂ ਮੈਂ ਦੇਖਿਆ ਉਹਦੇ ਵਿੱਚ ਕਿਉਂਕਿ ਇਹ ਕਾਰਪੋਰੇਸ਼ਨ ਦੇ ਨਾਲ ਵੀ ਕਨੈਕਟਡ ਹੈ ਔਰ ਅਸੀਂ DC ਸਾਹਿਬ ਵੀ ਬੈਠੇ ਹਾਂ ਅਸੀਂ ਸਾਰੇ ਹੈ ਮੈਨੂੰ ਲੱਗਦਾ ਹੈ ਕਿ 2-3 ਚੀਜ਼ਾਂ ਹੈ ਇੱਕ ਤਾਂ ਅਸੀਂ ਇਹਦੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਕੋਈ ਕੰਸਲਟੈਂਟ ਰੱਖ ਕੇ ਸਾਨੂੰ ਇੱਕ ਪ੍ਰੋਪਰ ਪਲਾਨ ਬਣਾਉਣਾ ਚਾਹੀਦਾ ਮੈਂ ਉਹ ਦੇਖਿਆ ਕਿ ਟੈਂਪਰੇਰੀ ਫੇਜ਼ ਹੈ ਵੀ ਅੱਜ ਕਰ ਲਿਆ ਰੇਹੜੀਆਂ 'ਚ ਕਰਤੇ ਫਿਰ ਰੱਖ ਲਿਆ ਇਹਦੇ ਤੇ ਜੋ ਮੈਨੂੰ ਇਹ ਲੱਗਿਆ 2 ਹਫ਼ਤਿਆਂ ਦੇ ਵਿੱਚ
ਕਿ ਕੋਈ ਨਾ ਕੋਈ ਸਾਨੂੰ ਇਹ ਪਰਮਾਨੈਂਟ ਪਲਾਨ ਬਣਾਉਣਾ ਪਏਗਾ, ਕੋਈ ਕੰਸਲਟੈਂਟ ਲਾ ਕੇ। ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਕਰ ਸਕਦੇ ਹਾਂ ਤਾਂ ਕਿ ਉਹ ਟ੍ਰੈਫਿਕ ਨੂੰ ਅਸੀਂ ਰੈਗੂਲੇਟ ਕਿਵੇਂ ਕਰੀਏ, ਨੰਬਰ 1। ਨੰਬਰ 2 ਦੇ ਵਿੱਚ ਇਹਦੇ ਵਿੱਚ ਕੁਝ ਇਨਫਰਾਸਟ੍ਰਕਚਰ ਵੀ ਡਿਵੈਲਪ ਹੋਣ ਵਾਲਾ ਹੁੰਦਾ ਹੈ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਹਾਂ ਕਿ ਯਾਰ ਇਹ ਲਾਈਨਸ ਦੇ ਇੱਧਰਲੇ ਪਾਸੇ ਪਾਰਕਿੰਗ ਹੈ, ਉਹ ਹਾਲੇ ਕਾਫੀ ਜਗ੍ਹਾ ਦੇ ਉੱਤੇ ਹੋਣ ਵਾਲੀਆਂ ਬਚੀਆਂ। ਸਾਡੀ ਇਹਨਾਂ ਨਾਲ ਕਾਰਪੋਰੇਸ਼ਨ ਦੇ ਨਾਲ ਜਾਂ ਇਹਨਾਂ ਦਾ ਜਿਹੜਾ ਇੰਜੀਨੀਅਰਿੰਗ ਵਿੰਗ ਦੇ ਨਾਲ ਵੀ ਮੀਟਿੰਗ ਹੋਈ ਹੈ, ਉਹ ਕਰਨ ਵਾਲੀ ਗੱਲ ਹੈ। ਥਰਡਲੀ ਹੈ ਕਿ ਫਿਰ ਉਹਦੀ ਇਨਫੋਰਸਮੈਂਟ ਆਉਂਦੀ ਹੈ। ਸੋ ਤਿੰਨ ਹੀ ਜਿਹੜੀਆਂ ਤੁਹਾਡੀਆਂ ਹੈਗੀਆਂ ਨੇ ਟ੍ਰੈਫਿਕ ਦੇ ਵਿੱਚ ਹੈ। ਪਹਿਲਾਂ ਤਾਂ ਲੋਕਾਂ ਨੂੰ ਐਜੂਕੇਟ ਕਰਨ ਵਾਲੀ ਗੱਲ ਵੀ ਹੈ, ਤੁਹਾਡਾ ਉਦੋਂ ਵੀ ਪਹਿਲਾਂ ਜਿਹੜਾ ਇਨਫਰਾਸਟ੍ਰਕਚਰ ਜਾਂ ਜਿਹੜਾ ਉਹ ਚੀਜ਼ਾਂ ਬਣਨ ਦੀ ਲੋੜ ਹੈ ਜਿਹੜੀਆਂ ਅਸੀਂ ਗੱਲ ਕੀਤੀ ਹੈ, ਔਰ ਉਹ ਵੀ ਸਿਸਟਮੈਟਿਕ ਤਰੀਕੇ ਦੇ ਨਾਲ ਹੈ। ਥਰਡ ਹੈਗਾ ਫਿਰ ਇਨਫੋਰਸਮੈਂਟ ਹੈ। ਸੋ ਇਨਫੋਰਸਮੈਂਟ ਜਿਹੜਾ ਪਾਰਟ ਪੁਲਿਸ ਦਾ ਉਹ ਅਸੀਂ ਡੈਫੀਨੇਟਲੀ ਉਹਨੂੰ ਪੂਰੀ ਤਰੀਕੇ ਨਾਲ ਕਰਾਂਗੇ। ਔਰ ਮੈਂ ਇਹ ਤੋਂ ਵੱਧ ਇਹ ਗੱਲ ਕਹਿਣਾ ਚਾਹੁੰਦਾ ਵਾਂ ਕਿ ਸੁਸਾਇਟੀ ਨੂੰ ਵੀ ਇਹ ਬਹੁਤ ਜ਼ਰੂਰੀ ਹੈ ਸੈਲਫ ਡਿਸਿਪਲਿਨ ਕਰਨਾ। ਆਪਾਂ ਇੰਨੀਆਂ ਕੀਮਤੀ ਜਾਨਾਂ ਨੇ, ਉਹਨੂੰ ਮਤਲਬ ਬਹੁਤ ਛੋਟੀਆਂ ਗੱਲਾਂ ਨੇ, ਪਤਾ ਨਹੀਂ ਕਿਉਂ ਆਪਾਂ ਹੈਲਮਟ ਨਹੀਂ ਪਾ ਰਹੇ, ਬੈਲਟ ਨਹੀਂ ਲਾ ਰਹੇ, ਜਿਹੜੀਆਂ ਚੀਜ਼ਾਂ ਇਹ ਸੈਲਫ ਡਿਸਿਪਲਿਨਰੀ ਹੈ ਔਰ ਉਹ ਕਰਨਾ ਬਹੁਤ ਜ਼ਰੂਰੀ ਹੈ। ਔਰ ਜਿਹਦੇ ਨਾਲ ਕਿ ਸਾਡਾ ਜਿਹੜਾ ਨਾ ਕੇਵਲ ਜਿਹੜਾ ਆਪਣੀ ਜਾਨ ਹੈ ਜਾਂ ਲੋਕਾਂ ਦੇ ਕਿਸੇ ਦੀ ਉਹਦੀ ਵੀ ਹੋ ਸਕਦਾ, ਔਰ ਬਾਕੀ ਜਿਹੜਾ ਟ੍ਰੈਫਿਕ ਕੰਜੈਸ਼ਨ ਦੀ ਗੱਲ ਹੈ ਉਹ ਦੇਖਣ ਦੀ ਗੱਲ ਹੈ ਕਿ ਕਿਵੇਂ ਆਪਾਂ ਰੈਗੂਲੇਟ ਕਰ ਸਕਦੇ ਹਾਂ, ਕਿਹਨਾਂ ਚੀਜ਼ਾਂ ਦੇ ਨਾਲ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ 'ਤੇ ਬਹੁਤ ਮਤਲਬ ਪ੍ਰੈਕਟੀਕਲੀ ਕੰਮ ਕੀਤਾ ਜਾਏਗਾ ਔਰ ਬਹੁਤ ਸਾਰੀਆਂ ਜਿਹੜੇ ਆਰਗੇਨਾਈਜੇਸ਼ਨ ਵੀ ਅੱਗੇ ਆ ਰਹੀਆਂ ਨੇ ਜਿਨ੍ਹਾਂ ਦੇ ਨਾਲ ਅਸੀਂ ਨਾਲ ਲੜ ਕੇ ਜਿਹੜਾ ਹੈ ਉਹ ਅੱਗੇ ਕੰਮ ਕੀਤਾ ਜਾਏਗਾ। ਲਿੰਕ ਹੈ ਤੁਹਾਨੂੰ ਮੈਂ ਲਾਸਟ ਟਾਈਮ ਵੀ ਜਦੋਂ ਪਹਿਲੀ ਆਪਾਂ ਪ੍ਰੈਸ ਕਾਨਫਰੰਸ ਕੀਤਾ ਸੀ ਉਹ ਵੀ ਮੈਂ ਦੱਸਿਆ ਸੀਗਾ ਕਿ ਜਿੰਨੇ ਵੀ ਪੁਰਾਣੇ ਕ੍ਰਿਮੀਨਲਸ ਨੇ ਉਹਨਾਂ ਦੇ ਸਾਡੇ ਸਾਰੇ ਹੀ ਉਹਨਾਂ ਦਾ ਅਸੀਂ ਉਹਦੇ 'ਤੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰ ਰਹੇ ਹਾਂ, ਵੇਅਰਅਬਾਊਟਸ ਵੀ ਕਰ ਰਹੇ ਹਾਂ, ਪੂਰੀ ਸ਼ੈਡੋਇੰਗ ਕਰਦੇ ਹਾਂ। ਔਰ ਉਹਨਾਂ ਦਾ ਜਿਹੜਾ ਜਿੱਥੋਂ ਤੱਕ ਸਵਾਲ ਹੈ ਕਿ ਜਿਹੜੇ ਇਹ ਕ੍ਰਾਈਮ ਜਿਹੜੇ ਵੈਪਨ ਦੇ ਨਾਲ ਹੈ ਜਾਂ ਸਮਗਲਰਸ ਹੈ ਜਾਂ ਇਹੋ ਜਿਹੇ ਜਿਹੜੇ ਵੀ ਹੈ, ਕਿਉਂਕਿ ਸਾਡੇ ਲਈ ਇਹ ਕ੍ਰਿਮੀਨਲ ਹੈ ਔਰ ਇਹਨਾਂ ਦਾ ਕੋਈ ਇਹ ਨਹੀਂ ਡਿਫਾਈਨਡ ਕਿ ਇਹਨੇ ਇਕੱਲਾ ਇਹੀ ਕਰਨਾ ਹੈ। ਡਰੱਗਸ ਦਾ ਵੀ ਕੰਮ ਕਰ ਰਹੇ ਔਰ ਜਿਹੜੇ ਹੈ ਵੈਪਨ ਦਾ ਵੀ ਲਿਆਉਣ ਦਾ ਵੀ ਕਰ ਰਹੇ ਆ, ਬਾਹਰੋਂ ਵੀ ਲਿਆਉਂਦੇ ਨੇ। ਸੋ ਇਹ ਬੇਸਿਕਲੀ ਇੱਕ ਕ੍ਰਾਈਮ ਦੇ ਪੱਖੋਂ ਸਾਡੀ ਇਹਨਾਂ 'ਤੇ ਪੂਰੀ ਨਜ਼ਰ ਹੈ ਔਰ ਪੂਰੀਆਂ ਇੰਸਟਰਕਸ਼ਨਸ ਨੇ, ਪੂਰਾ ਉਸ ਦੇ ਉੱਤੇ ਅਸੀਂ ਉਹਨੂੰ ਉਹਦੇ 'ਤੇ ਮੋਨੀਟਰ ਵੀ ਕਰਦੇ ਹਾਂ ਔਰ ਉਹਨਾਂ 'ਤੇ ਇਹਨੂੰ ਰਿਕਵਰੀ ਵੀ ਕਰਦੇ ਹਾਂ। ਹੁਣ ਇਹ ਜਿਹੜਾ ਵੈਪਨ ਅਕਸਰ ਜੇ ਆਪਾਂ ਫੜਿਆ ਤੇ ਕੋਈ ਮਸਲੇ ਵਾਸਤੇ ਆਇਆ ਹੋਏਗਾ, ਸੋ ਉਹਦੀ ਪੂਰੀ ਜਿਹੜੀ ਹੈ ਉਹਨੂੰ ਘੋਖ ਕਰਕੇ ਉਹਨਾਂ ਨੂੰ ਬੁੱਕ ਕਰਾਂਗੇ। ਸਰ ਜਿਹੜੇ ਸੰਗਾਰੇ ਤੋਂ ਲੁੱਟ ਹੋਈ ਸੀ ਉਹਦਾ ਉਹ ਨਿਕਲਿਆ ਸਰ, ਜਿਹੜਾ ਲੋਕ ਵੈਪਨ ਲੈ ਗਏ ਸੀ ਤੇ ਫੋਕਲ ਕਿੱਥੋਂ ਜੀ? ਜਿਹੜਾ ਸਾਦਰ ਥਾਣੇ ਦੇ ਏਰੀਆ ਦੇ ਵਿੱਚ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੋਰ ਵੀ ਕੋਈ ਇਨਵੋਲਵ ਸੀਗੇ ਜਾਂ ਇਕੱਲਾ ਕਿਸੇ ਬੰਦਾ ਪਕੜਿਆ ਜੀ? ਤੁਸੀਂ ਇਹਦਾ ਤੁਹਾਨੂੰ ਦੱਸਿਆ 2 ਬੰਦੇ ਸੀਗੇ, ਦੂਜੇ ਨੂੰ ਵੀ ਅਸੀਂ ਨੋਮੀਨੇਟ ਕਰ ਲਿਆ ਬਾਈ ਨੇਮ, ਲੇਕਿਨ ਉਹਦਾ ਅੱਗੋਂ ਕੀ ਹੋਣਾ ਉਹ ਫਿਰ ਅਸੀਂ ਇਨਵੈਸਟੀਗੇਸ਼ਨ 'ਚ ਪਾਰਟ ਹੈਗਾ। ਦੂਜਾ ਮੈਂ ਸਰ ਜਿਹੜਾ ਫੜਿਆ ਗਿਆ ਵਾ ਇਹਦੇ ਗੈਂਗਸਟਰਸ ਦਾ ਜਾਂ ਇੱਕ ਨਸ਼ੇ ਦਾ ਆਦੀ ਹੈ, ਨਸ਼ਾ ਵੇਚਦਾ, ਜਿਹਦੀ ਫੈਮਿਲੀ ਬੈਕਗ੍ਰਾਉਂਡ ਕੀ ਹੈ, ਇਹਦੀ ਏਜ ਕਿੰਨੀ ਹੈ? ਦੇਖੋ ਜਿਹੜਾ ਇਹ ਵਿਅਕਤੀ ਹੈਗਾ ਇਹ ਘਰਿੰਡੇ ਦਾ ਰਹਿਣ ਵਾਲਾ ਹੈ ਔਰ ਘਰਿੰਡੇ ਤੁਹਾਨੂੰ ਪਤਾ ਹੀ ਹੈ ਕਾਫੀ ਜ਼ਿਆਦਾ ਸਮਗਲਿੰਗ ਦਾ ਵੀ ਹੈਗਾ ਔਰ ਉਹ ਉਸ ਐਂਗਲ ਤੋਂ ਅਸੀਂ ਇਹਦੀ ਸਾਰੀ ਪ੍ਰੂਵ ਕਰ ਰਹੇ ਹਾਂ। ਇਹਦੀ ਉਮਰ ਜਿਹੜੀ ਉਹੀ 30s ਦੇ ਵਿੱਚ ਹੈਗਾ ਔਰ ਜਦੋਂ ਅਸੀਂ ਇਨਵੈਸਟੀਗੇਟ ਕਰਦੇ ਹਾਂ ਅਸੀਂ ਇਕੱਲੇ ਇੱਕ ਆਸਪੈਕਟ ਨੂੰ ਇਨਵੈਸਟੀਗੇਟ ਨਹੀਂ ਕਰਦੇ, ਉਹਦੇ ਅਸੀਂ ਸਾਰੇ ਹੀ ਇਨਵੈਸਟੀਗੇਟ ਕਰਦੇ ਹਾਂ। ਸੋ ਉਸ ਇਨਵੈਸਟੀਗੇਸ਼ਨ ਦਾ ਦੌਰਾਨ ਕਿਉਂਕਿ ਇਹ ਫਸਟ ਸਟੇਜ ਦੇ ਹੈ, ਉਹ ਫਿਰ ਸਾਰੇ ਜੋ ਪਹਿਲੂ ਆਉਣਗੇ ਉਹਨੂੰ ਚੰਗੀ ਤਰ੍ਹਾਂ ਘੋਖ ਕੇ ਉਹ ਸਾਰੇ ਫਿਰ ਸਾਹਮਣੇ ਆਉਣਗੇ। ਦੂਜੇ ਨੰਬਰ 'ਤੇ ਮੈਂ ਅੱਜ ਦੀ ਇਸ ਤੁਹਾਡੀ ਜਿਹੜੀ ਪ੍ਰੈਸ ਕਾਨਫਰੰਸ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਇੱਕ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਲਾਇਸੈਂਸ ਹਥਿਆਰ ਜਿਹੜੇ ਨੇ ਉਹਨਾਂ ਦੇ ਉੱਤੇ ਬਹੁਤ ਸਾਰੇ ਵਿਅਕਤੀਆਂ ਨੇ ਜਿਹੜਾ ਲਾਇਸੈਂਸ ਬਣਾਏ ਹੋਏ ਆ, ਕ੍ਰਿਮੀਨਲ ਰਿਕਾਰਡ ਵੀ ਸੀਗਾ। ਸੋ ਅਸੀਂ ਉਹਦੇ 'ਤੇ ਵੀ ਸਾਰੀਆਂ ਹੀ ਜਿਹੜੇ ਲਾਇਸੈਂਸ ਨੂੰ ਵੈਰੀਫਾਈ ਕਰ ਰਹੇ ਹਾਂ। ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਕਿਉਂਕਿ ਪਿੱਛੇ ਜੇ ਜਦੋਂ ਵਾਰਦਾਤ ਹੋ ਗਈ ਕੋਈ ਲਾਇਸੈਂਸ ਵੈਪਨ ਨੂੰ ਹੀ ਜਿਹੜਾ ਉਹ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਆਪਾਂ ਕੋਈ ਲਾਇਸੈਂਸ ਲੈਂਦੇ ਆ ਇਹ ਕੋਈ ਸ਼ੌਕੀਆ ਪਰਪਸ ਨਾਲ ਨਹੀਂ ਹੈਗਾ, ਇਹ ਤਾਂ ਬੇਸਿਕਲੀ ਆਪਣੀ ਜੇ ਕੋਈ ਇਮੀਨੈਂਟ ਸਿਕਿਉਰਿਟੀ ਥ੍ਰੈਟ ਹੈ ਤੇ ਉਹਦੇ ਵਾਸਤੇ ਹੈ। ਇਸ ਹਥਿਆਰ ਚਾਹੇ ਉਹ ਛੋਟਾ ਹਥਿਆਰ ਹੈ ਜਾਂ ਵੱਡਾ ਹਥਿਆਰ ਹੈ, ਨਾ ਤਾਂ ਹੀ ਇਹਨੂੰ
ਕੋਈ ਗਲੈਮਰਾਈਜ਼ ਕਰਨ ਵਾਸਤੇ ਹੈ ਕਿ ਜਾ ਕੇ ਆਪਾਂ ਕਿਤੇ ਵਿਆਹ ਸ਼ਾਦੀ ਦੇ ਵਿੱਚ ਲਾ ਕੇ ਉਹ ਲੋੜ ਨਹੀਂ, ਇਹ ਤਾਂ ਪਰਸਨਲ ਸਿਕਿਉਰਿਟੀ ਵਾਸਤੇ ਹੈ। ਸੋ ਨਾ ਹੀ ਇਹਦੇ 'ਤੇ ਕੋਈ ਆਪਣਾ ਜਿਹੜਾ ਕੋਈ ਕ੍ਰਾਈਮ ਜਾਂ ਕ੍ਰਿਮੀਨਲ ਐਕਟੀਵਿਟੀ ਕਰਨ ਦਾ ਹੈਗਾ, ਔਰ ਉਹਦੇ 'ਤੇ ਵੀ ਅਸੀਂ ਸਾਰੀ ਵੈਰੀਫਿਕੇਸ਼ਨ ਕਰ ਰਹੇ ਹਾਂ। ਔਰ ਅੱਜ ਦੇ ਦੌਰ ਦੇ ਵਿੱਚ ਅਸੀਂ ਕੋਈ ਜਿਹੜੇ ਪੁਰਾਣੇ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਕੋਈ ਪਰਚੇ ਸੀਗੇ ਫਸਟ ਸਟੇਜ ਦੇ ਉੱਤੇ, ਅਸੀਂ ਉਹ ਲਗਭਗ 12,000 ਤੁਹਾਡੇ ਅੰਮ੍ਰਿਤਸਰ CP ਦੇ ਜੂਰਿਸਡਿਕਸ਼ਨ ਦੇ ਵਿੱਚ ਲਾਇਸੈਂਸ ਬਣੇ ਨੇ, ਉਹਨੂੰ ਅਸੀਂ ਸਟੈਪ ਬਾਈ ਸਟੈਪ ਵੈਰੀਫਾਈ ਕਰ ਰਹੇ ਹਾਂ। ਸਟੈਪ ਬਾਈ ਸਟੈਪ ਪਹਿਲੇ ਨੰਬਰ 'ਤੇ ਤਾਂ ਇਹੀ ਹੈ ਕਿ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈ ਕਿਸੇ ਵੀ ਕਿਸਮ ਦਾ, ਉਹਨੂੰ ਚਾਹੇ ਉਹ ਵਾਇਲੈਂਟ ਹੈ ਜਾਂ ਕੋਈ ਇਹੋ ਜਿਹਾ, ਮੇਰੇ ਖਿਆਲ ਉਹਨੂੰ ਜਿਹੜਾ ਵੈਪਨ ਹੈਂਡਲ ਕਰਨ ਵਾਸਤੇ ਉਹ ਅਸੀਂ ਉਹਨੂੰ ਡਿਸਾਈਡ ਕੀਤਾ ਕਿ ਇਹ ਵੈਪਨ ਰੱਖਣ ਦਾ ਫਾਇਦਾ ਨਹੀਂ ਹੈਗਾ। ਜੇ ਉਹ ਵਾਇਲੈਂਟ ਹੈਗਾ ਕਿਸੇ ਨਾ ਕਿਸੇ ਦੇ, ਉਹ ਉਸ ਵਾਇਲੈਂਟ ਬਿਹੇਵੀਅਰ ਦੇ ਨਾਲ, ਕ੍ਰਿਮੀਨਲ ਬਿਹੇਵੀਅਰ ਦੇ ਨਾਲ ਉਹ ਕਰੇਗਾ। ਅਸੀਂ ਤਕਰੀਬਨ ਆਫ ਹੈਂਡ ਜਿਹੜਾ ਸਾਰਾ ਰਿਕਾਰਡ ਖੰਗਾਲਿਆ, ਉਹਦੇ 'ਚੋਂ 170 ਇਹੋ ਜਿਹੇ ਵਿਅਕਤੀ ਨਿਕਲੇ ਨੇ ਜਿਨ੍ਹਾਂ ਦਾ ਪਿਛਲਾ ਕੋਈ ਨਾ ਕੋਈ ਕੇਸ ਰਜਿਸਟਰ ਹੋਇਆ ਸੀਗਾ। ਉਸ 170 ਨੂੰ ਅਸੀਂ ਫਿਰ ਫਰਦਰ ਕਰ ਰਹੇ ਹਾਂ, ਉਹਨਾਂ ਦੇ ਸਸਪੈਂਡ ਕੀਤੇ ਨੇ, ਔਰ ਉਹਨਾਂ 'ਚੋਂ ਜਿਹੜੇ ਦੇਖ ਕੇ ਅਸੀਂ ਉਹਦਾ ਜਿਹੜਾ ਉਹਨਾਂ ਨੂੰ ਕੈਂਸਲ ਕਰ ਰਹੇ ਹਾਂ। ਇਹ ਇੱਕ ਤਾਂ ਪਹਿਲਾ ਸਟੈਪ ਹੈ, ਤਾਂ ਕਿ ਜਿਹੜਾ ਬੰਦਾ ਆਲਰੇਡੀ ਕ੍ਰਾਈਮ, ਇਹਨਾਂ ਨੂੰ ਅਸੀਂ ਦੇਖੋ ਇਹਦਾ ਪ੍ਰੋਸੀਜਰ ਹੁੰਦਾ। ਪਹਿਲਾਂ ਅਸੀਂ ਉਹ ਜਿਹੜੇ ਡਾਟਾ ਲੈ ਕੇ ਅਸੀਂ ਰਿਕਾਰਡ ਦੇਖਿਆ, ਰਿਕਾਰਡ ਜਿਹੜਾ ਦੇ ਵਿੱਚ ਜਿਹੜੇ ਸੀਗੇ 170 ਬੰਦਿਆਂ ਨੂੰ ਅਸੀਂ ਜਿਹੜਾ ਹੈਗਾ ਸਸਪੈਂਡ ਕੀਤਾ ਹੈਗਾ। ਉਸ ਤੋਂ ਬਾਅਦ ਅਸੀਂ ਉਹਨਾਂ 'ਚੋਂ ਅਸੀਂ ਫਿਰ ਭੇਜ ਕੇ ਦੇਖ ਰਹੇ ਹਾਂ, ਉਹਦੇ 'ਚੋਂ ਕੁਝ ਅਸੀਂ ਆਲਰੇਡੀ ਕੈਂਸਲ ਕਰ ਚੁੱਕੇ ਹਾਂ, ਸ਼ਾਇਦ 13-14 ਅਸੀਂ ਸਸਪੈਂਡ ਕਰਤੇ ਹਾਂ। ਲੇਕਿਨ ਆਫ ਕੋਰਸ 170 ਨੂੰ ਵੀ ਅਸੀਂ ਦੇਖਾਂਗੇ, ਕੋਈ ਉਹਦਾ ਥ੍ਰੈਟ ਪਰਸੈਪਸ਼ਨ ਤਾਂ ਨਹੀਂ ਸੀ, ਬਟ ਇਹ ਪਹਿਲੀ ਸਟੇਜ ਦੇ ਵਿੱਚ ਅਸੀਂ 170 ਜਿਹੜੇ ਆ ਉਹਨਾਂ ਨੂੰ ਅਸੀਂ ਸਸਪੈਂਡ ਹੀ ਕਰ ਲਿਆ। ਸੰਗੀਨ ਮਾਮਲੇ ਦਰਜ 307 ਜਾਂ ਇਸ ਤਰ੍ਹਾਂ ਦੇ ਮਾਮਲੇ ਦਰਜ ਨੇ, ਉਹਨਾਂ ਦੇ ਸਰ ਸਸਪੈਂਡ ਕੀਤੇ ਹੈ ਜਾਂ ਹੋਰ ਕੀਤੇ ਨੇ? ਨਹੀਂ, ਜਿਹੜੇ ਬੰਦੇ ਫਸਟ ਸਟੇਜ ਦੇ ਵਿੱਚ ਅਸੀਂ ਇਹ ਵੈਰੀਫਿਕੇਸ਼ਨ ਦਾ ਜਿਹੜਾ ਇੱਕ ਪਹਿਲਾ ਕ੍ਰਾਈਟੇਰੀਆ ਹੈ ਕਿ ਜਿਹੜੇ ਬੰਦਿਆਂ ਦੇ ਖਿਲਾਫ ਕੋਈ ਪਰਚਾ ਹੈਗਾ ਉਹਨਾਂ ਨੂੰ ਅਸੀਂ ਸਸਪੈਂਡ ਕਰੀਏ ਔਰ ਦੇਖ ਕੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਈਏ। ਸਟੇਟਸ ਸਿੰਬਲ ਵੀ ਰੱਖਿਆ ਕਿ ਲੋਕਾਂ ਨੇ ਉਹਨਾਂ ਦਾ ਵੀ, ਮੈਂ ਦੂਜੇ ਪਾਰਟ ਤੇ ਆ ਰਿਹਾ ਸੀਗਾ। ਦੂਜਾ ਪਾਰਟ ਇਹ ਹੈ ਕਿ ਫਿਰ ਉਸ ਤੋਂ ਬਾਅਦ ਇਹ ਵੀ ਆ ਜਾਂਦਾ, 3-4 ਕ੍ਰਾਈਟੇਰੀਆਜ਼ ਹੈ ਉਹ ਵੈਰੀਫਿਕੇਸ਼ਨ ਦਾ। ਸਪੋਜ਼ ਕਰ ਲਓ ਇੱਕ ਉਹਦਾ ਆਕੂਪੇਸ਼ਨ ਹੈ, ਕਿ ਉਹਦੇ ਆਕੂਪੇਸ਼ਨ ਨੂੰ ਉਹ ਚੀਜ਼ਾਂ ਹੈਗੀਆਂ ਨੇ ਕਿ ਆਹੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਜੀ ਉਹਨੇ ਆਪਣਾ ਬਸ ਦਿਖਾਵੇ ਵਾਸਤੇ ਹੀ ਹੈਗਾ, ਦਿਖਾਵੇ ਵਾਸਤੇ ਜਾਂ ਗਲੋਰੀਫਿਕੇਸ਼ਨ ਵਾਸਤੇ, ਜਾਂ ਜਾ ਕੇ ਤੇ ਉਹਨੂੰ ਉਸ ਪਰਪਸ ਲਈ ਵੀ ਇਹ ਵੈਪਨ ਦੀ ਲੋੜ ਨਹੀਂ। ਬਿਕੋਜ਼ ਬ੍ਰੌਡਲੀ ਸਾਡਾ ਵਿਊ ਪੁਆਇੰਟ ਹੈ ਕਿ ਸੁਸਾਇਟੀ ਦੀ ਜਿਹੜੀ ਹੈ, ਜਿੱਥੇ ਕੋਈ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਕੋਈ ਵੀ ਜ਼ਰੀਆ ਬਣ ਸਕਦਾ, ਅਸੀਂ ਉਹਨੂੰ ਕੰਟਰੋਲ ਕਰਨਾ। ਔਰ ਮੇਰੇ ਖਿਆਲ ਦੇ ਵਿੱਚ ਹਰ ਜਿਹੜਾ ਅਮਨ ਪਸੰਦ ਬਸ਼ਿੰਦਾ ਹੈ ਉਹ ਇਸ ਗੱਲ ਦੀ ਦਾਤ ਦੇਗਾ ਕਿ ਹਾਂ ਵੀ ਜਿਹੜਾ ਕੋਈ ਇੱਦਾਂ ਦਾ ਗਲੋਰੀਫਾਈ ਕਰਦਾ, ਹੁਣ ਆਪਾਂ ਦੇਖ ਹੀ ਲਿਆ ਵਿਆਹਾਂ ਸ਼ਾਦੀਆਂ 'ਚ ਚਲੇ ਗਏ, ਕਿਤੇ ਵੈਪਨ ਨੂੰ ਚਲਾ ਲਿਆ, ਇਹਨਾਂ ਵਾਸਤੇ ਇਹ ਵੈਪਨ ਨਹੀਂ ਦਿੱਤੇ ਹੋਏ ਕਿ ਉੱਥੇ ਕਰਤਾ, ਉਹਨਾਂ 'ਤੇ ਅਸੀਂ ਸਖਤੀ ਦੇ ਨਾਲ ਪੇਸ਼ ਆ ਰਹੇ ਹਾਂ। ਟੋਟਲ ਕਿੰਨੇ ਵੈਪਨ ਨੇ ਤੇ ਕਿੰਨੇ ਸਸਪੈਂਡ ਹੋਏ? ਤਕਰੀਬਨ ਹਾਲੇ ਤੱਕ ਜਿਹੜਾ ਸਾਡਾ ਰਿਕਾਰਡ ਦੱਸਦਾ ਹੈ, ਇਹ ਤਕਰੀਬਨ 12,000 ਦੇ ਲਗਭਗ ਲਾਇਸੈਂਸ ਨੇ ਪਿਛਲੇ ਸਮੇਂ ਤੋਂ ਅਲੱਗ-ਅਲੱਗ ਟਾਈਮ ਦੇ ਵਿੱਚ। ਅਸੀਂ ਉਹਨਾਂ ਸਾਰਿਆਂ ਨੂੰ ਹੀ ਵੈਰੀਫਾਈ ਕਰਦੇ ਹਾਂ। ਫਸਟ ਜਿਹੜਾ ਸਾਡਾ ਸਟੈਪ ਹੈ ਕਿ ਕਿੰਨਿਆਂ ਲਾਇਸੈਂਸ ਹੋਲਡਰਾਂ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਪਰਚਾ ਹੈਗਾ ਔਰ ਉਹ ਕ੍ਰਿਮੀਨਲ ਐਕਟ ਹੈਗਾ। ਅਸੀਂ ਉਹਨਾਂ ਦੇ ਵਿੱਚੋਂ 170 ਜਿਹੜੇ ਸਾਡੇ ਰਿਕਾਰਡ ਦੇ ਮੁਤਾਬਕ ਆਏ ਨੇ। ਸੈਕਿੰਡ ਗੱਲ ਹੈ ਕਿ ਉਹਨਾਂ ਜਿਹੜੇ ਲਾਇਸੈਂਸ ਹੋਲਡਰ ਨੇ, ਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਦਾ ਡਿਫਰੈਂਟ ਕ੍ਰਾਈਟੇਰੀਆ, ਜਿਵੇਂ ਪਹਿਲਾਂ ਇੱਕ ਆਪਾਂ ਗੱਲ ਕਰ ਲਿਆ ਕਿ ਉਹਦਾ ਏਜ ਫੈਕਟਰ ਜਾਂ ਗਲੋਰੀਫਿਕੇਸ਼ਨ ਕੀ ਉਹਨੂੰ ਲੋੜ ਹੈਗੀ ਹੈ, ਉਹ ਐਂਗਲ ਦੇਖਿਆ ਜਾਏਗਾ। ਹੁਣ ਮੰਨ ਲਓ ਇੱਕ ਵਿਅਕਤੀ ਹੈ ਜਿਹਦੀ ਉਮਰ ਹੀ 75-80 ਸਾਲ ਹੈ ਤੇ ਉਹ ਅਲਟੀਮੇਟਲੀ ਵੈਪਨ ਹੈ, ਤੇ ਉਹ ਵੈਪਨ ਫਿਰ ਉਹ ਅਲਟੀਮੇਟਲੀ ਉਹਦਾ ਕੋਈ ਯੂਜ਼ ਤਾਂ ਹੈ ਨਹੀਂਗਾ। ਸਰ ਕੋਈ ਹੋਰ ਚੀਜ਼ ਕਲੀਅਰ ਕਰ ਦੇਣਾ ਸਰ। ਦੇਖੋ ਨਾ, ਜਿਹੜੇ ਵੈਪਨਸ ਦੀ ਵੈਰੀਫਿਕੇਸ਼ਨ ਹੋਣੀ ਹੈ ਆਮ ਤੌਰ ਤੇ ਕਿ ਇਹਦੀ ਥਾਣੇ ਤੋਂ ਮੁਨਸ਼ੀ ਜਾਂ ਐਸਆਈ ਕਿਸੇ ਵੀ ਫੋਨ ਆਉਂਦਾ, ਕਹਿੰਦੇ ਤੁਸੀਂ ਥਾਣੇ ਲੈ ਕੇ ਆਓ, ਮਤਲਬ ਕਿਆ ਜਿਹਦਾ ਵੈਪਨ ਹੈ ਲਾਇਸੈਂਸ ਹੈ ਦੇਖੋ ਉਹਨੇ ਥਾਣੇ ਲੈ ਕੇ ਜਾਣਾ ਜਾਂ ਪੁਲਿਸ ਨੇ ਵੈਰੀਫਿਕੇਸ਼ਨ ਕਰ ਦੇਣਾ? ਇਸ ਤਰ੍ਹਾਂ ਤਾਂ ਸਰ ਮੈਂ ਜਵਾਬ ਦੇਣ ਲੱਗਾ ਇਹਦਾ, ਮੇਰਾ ਇਹਦੇ ਵਿੱਚ ਹੀ ਪਾਰਟ ਸੀਗਾ। ਸੋ ਵੈਰੀਫਿਕੇਸ਼ਨ ਦਾ ਮਤਲਬ ਇਹ ਵੀ ਹੈ ਕਿ ਸਪੋਜ਼ ਕਰ ਲਓ ਇੱਕ ਵਿਅਕਤੀ ਨੇ ਆਪਣਾ ਐਡਰੈਸ ਦਿੱਤਾ ਹੈ ਕਿਸੇ ਜਗ੍ਹਾ ਦਾ, ਉਹਦਾ ਫਿਜ਼ੀਕਲ ਵੈਰੀਫਿਕੇਸ਼ਨ ਵੀ ਹੋਏਗੀ। ਮੰਨ ਲਓ ਉਸ ਐਡਰੈਸ 'ਤੇ ਉਹ ਬੰਦਾ ਹੀ ਨਹੀਂ ਰਹਿੰਦਾ, ਉਹ ਫੌਰੀ ਤੌਰ 'ਤੇ ਕੈਂਸਲ ਹੋ ਜਾਏਗਾ। ਜਿਹੜਾ ਗੱਲ ਦਾ ਤੁਹਾਡਾ ਜਵਾਬ ਹੈ ਕਿ ਉਹ ਜਿਹੜਾ ਸਾਡੀਆਂ ਇੰਸਟਰਕਸ਼ਨਸ ਦੇ ਮੁਤਾਬਕ
ਉਸ ਪਹਿਲਾਂ ਤਾਂ ਉਸ ਐਡਰੈਸ ਦਾ ਹੀ ਵੈਰੀਫਿਕੇਸ਼ਨ ਹੋ ਰਹੀ ਹੈ ਕਿ ਉਸ ਜਿਹੜਾ ਲਾਇਸੈਂਸ ਹੋਲਡਰ ਹੈ ਜੋ ਉਹਨੇ ਐਡਰੈਸ ਦਿੱਤਾ ਹੈ, ਕਿਉਂਕਿ ਅਸੀਂ ਤਾਂ ਉਸ ਐਡਰੈਸ ਦੇ ਨਾਲ ਹੀ ਵੈਰੀਫਿਕੇਸ਼ਨ ਹੋਏਗੀ। ਨੰਬਰ 2 ਤੇ ਕੀ ਉਹ ਬੰਦਾ ਉੱਥੇ ਰਹਿੰਦਾ ਜਾਂ ਨਹੀਂ ਰਹਿੰਦਾ, ਉੱਥੇ ਰਹਿ ਕੋਈ ਹੋਰ ਰਿਹਾ, ਪਹਿਲੀ ਗੱਲ ਹੈ ਐਡਰੈਸ ਤੇ ਉਹ ਐਗਜ਼ਿਸਟ ਕਰਦਾ ਕਿ ਨਹੀਂ ਕਰਦਾ। ਦੂਜੇ ਨੰਬਰ ਤੇ ਕੀ ਉਸ ਐਡਰੈਸ ਤੇ ਰਹਿੰਦਾ ਪਿਆ ਕਿ ਕੋਈ ਰਹਿ ਕਿਤੇ ਹੋਰ ਫੋਰਨ 'ਚ ਰਹਿ ਰਿਹਾ ਜਾਂ ਹੋਰ ਉਹਦਾ ਮਤਲਬ ਸ਼ਿਫਟ ਹੀ ਕਰ ਗਿਆ। 2 ਗੱਲਾਂ। ਥਰਡ ਨੰਬਰ ਤੇ ਜਿਹੜਾ ਲਾਇਸੈਂਸ ਹੋਲਡਰ ਹੈ ਉਹ ਬੇਸਿਕਲੀ ਉਹਦਾ ਉਸ ਵੈਪਨ ਲਈ ਉਹਨੂੰ ਜੋ ਉਸ ਕ੍ਰਾਈਟੀਰੀਆ ਜਿਹਦੇ ਵਿੱਚ ਉਹ ਆਪਾਂ ਗੱਲ ਕਰ ਲਈ ਹੈ, ਏਜ ਫੈਕਟਰ ਹੋ ਸਕਦਾ ਹੈ, ਪ੍ਰੋਫੈਸ਼ਨ ਫੈਕਟਰ ਹੋ ਸਕਦਾ, ਉਹ ਸਾਰੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਿਹੜਾ ਵੀ ਇਸ ਕ੍ਰਾਈਟੀਰੀਆ ਬਿਲਕੁਲ ਅਸੀਂ ਅਨਬਾਇਸਡ ਔਰ ਬਿਲਕੁਲ ਜਿਹੜਾ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਚੀਜ਼ਾਂ ਕਰ ਰਹੇ ਹਾਂ। ਹੁਣ ਮੈਂ ਕੱਲ੍ਹ ਦੀ ਐਗਜ਼ਾਮਪਲ ਦੱਸਦਾ, ਉਹ ਮੈਂ ਤੁਹਾਡੇ ਪ੍ਰੈਸ ਨੋਟ 'ਚ ਵੀ ਇਹ ਦਿੱਤਾ। ਕੱਲ੍ਹ ਹੁਣ ਇੱਕ ਵਿਅਕਤੀ ਗਿਆ, ਉਹ ਆਪਣਾ ਵਿਆਹ 'ਤੇ ਗਿਆ ਅਤੇ ਸਾਂਢੂ ਨੇ ਸਾਂਢੂ ਨੂੰ ਮਾਰਤਾ। ਹਾਲਾਂਕਿ ਉਹਦੇ 'ਚ ਸਾਡੇ ਜਿਹੜੇ ਆ ਰਾਤ ਨੂੰ 12 ਵਜੇ ਦਾ ਇੰਸੀਡੈਂਟ ਸੀਗਾ, ਮੌਕੇ 'ਤੇ 12 ਸਵਾ 12 ਹੀ ਮੈਸੇਜ ਮਿਲਿਆ ਔਰ ਅਸੀਂ ਉਹਨੂੰ ਰਾਤ ਹੀ 1:30 ਵਜੇ ਦੇ ਨੇੜੇ ਤੇੜੇ ਜਾ ਕੇ ਸਾਡੇ ਜਿਹੜੇ ਮੁਲਾਜ਼ਮਾਂ ਨੇ ਜਾ ਕੇ ਉਸੇ ਵੇਲੇ ਅਰੈਸਟ ਵੀ ਕਰ ਲਿਆ ਅਤੇ ਉਹਦੇ 32 ਬੋਰ ਦਾ ਜਿਹੜਾ ਵੈਪਨ ਉਹਦਾ ਲਾਇਸੈਂਸ ਹੀ ਸੀਗਾ। ਹੁਣ ਇਹੋ ਜਿਹੇ ਵਿਅਕਤੀ ਜਿਹੜੇ ਆਪਣੇ ਕਿਸੇ ਦੇ ਰਿਸ਼ਤੇਦਾਰ ਤੇ ਨਾਲੇ ਤਾਂ ਉਹਨਾਂ ਦਾ ਰਿਸ਼ਤੇਦਾਰ ਦਾ ਵਿਆਹ ਖਰਾਬ ਕੀਤਾ, ਉਹਨਾਂ ਦੇ ਘਰੇ ਗਿਆ ਤੇ ਹੋ ਗਿਆ। ਸੋ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਸੁਸਾਇਟੀ ਵਾਸਤੇ ਕਰਨ ਵਾਸਤੇ ਹੀ ਇਹ ਸਾਰੇ ਜਿਹੜੇ ਸਟੈਪ ਲਏ ਜਾ ਰਹੇ ਆ। ਇੱਕ ਮਿੰਟ ਇੱਧਰ ਵੀ ਪੁੱਛ ਲੈਣ ਦਿਓ।